तेल अस कम अज़ कम 15 को कट्टे सेल कर छड़े ने जेह्ड़े इन्हां तो मेरा मतलब वजन ज़्यादा सी जिन्हां दा जेह्ड़े अस लै ही पिछों मतलब वजन च सन ਉਹ ਹਾਂ ਮੇਰਾ ਮਤਲਬ ਸਾਨੂੰ ਉਹ ਕੋਈ ਤਕਰੀਬਨ 25 ਤੋਂ 30 ਹਜ਼ਾਰ ਤੱਕ ਪੈਂਦੇ ਹਨ ਜੀ ਜਿਹੜੇ ਆਹ ਮਤਲਬ ਸੇਲ ਕੀਤੇ ਨੇ ਐਂਡ ਵਾਲਾ ਜਿਹੜਾ ਸੇਲ ਕੀਤਾ ਨਾ ਉਹ ਕੀਤਾ ਹਾਂ ਮੇਰਾ ਮਤਲਬ 70,000 ਦਾ ਮਾਸ਼ਾਅੱਲਾ ਤੇ ਇਸ ਤੋਂ ਇਲਾਵਾ ਜੀ ਜੀ ਉਸ ਤੋਂ 50,000 ਤੋਂ ਮੇਰਾ ਮਤਲਬ 50,000 ਸੇਲ ਕੀਤੀ ਆ अस्सलाम वालेकुम नाजरीन इकराम, फराज़ाबाद की जानब से खुश आमदीद। आज आपकी एक पढ़े लिखे बुजुर्ग से मुलाकात करवाई जा रही है जो 7 माह से कट्टा फार्मिंग कर रहे हैं। इन्होंने 30 कट्टे खरीदे, उनमें से 15 ये सेल कर चुके हैं। वो एवरेज इनको 25,000 में पड़े थे और इन्होंने 50,000 फी जानवर के हिसाब से सेल किए हैं। उन कट्टों से इनको क्या फ़ायदा हुआ ये भी मालूम किया जाएगा। इसके अलावा कट्टा फार्मिंग के लिए कौन सी उम्र या वजन के कट्टे बेहतर होते हैं, इनको देसी खुराक पर तैयार करना फ़ायदा मंद है यहाँ के फीड पर, इसके अलावा इन पर क्या खर्चा आ जाता है और ये क्या नफ़ा दे जाते हैं, बीमारियों का क्या इलाज किया जाता है, आज की इस वीडियो में मालूम किया जाएगा। तो सब दोस्तों से गुजारिश है कि हमारे फेसबुक पेज को लाइक और फॉलो कर लें और चैनल को भी सब्सक्राइब कर लें। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम सर, की हाल है? अल्हम्दुलिल्लाह, शुक्र अल्लाह। तुसीं सुनाओ, ठीक हो? जी अल्लाह दा शुक्र है। की नाम है जनाब दा? मसूद अहमद। मसूद साहब, तुसी किन्ने अरसे तों कट्टे पालन दा काम करदे हो? ਅਸੀਂ ਗਲਬਨ ਮੇਰਾ ਮਤਲਬ 7 ਮਹੀਨੇ ਤੋਂ ਕਰਨੇ ਆ ਪਿਆ। माशाअल्लाह। ते हले तक कोई कट्टा सेल भी कीता है कि नहीं? अजे तक सेल अस कम अज़ कम 15 को कट्टे सेल कर छड़े ने जेह्ड़े इन्हां तो मेरा मतलब वजन ज़्यादा सी जिन्हां दा जेह्ड़े अस लै ही पिछों मतलब वजन च सन ਉਹ ਹਾਂ ਮੇਰਾ ਮਤਲਬ ਸਾਨੂੰ ਉਹ ਕੋਈ ਤਕਰੀਬਨ 25 ਤੋਂ 30 ਹਜ਼ਾਰ ਤੱਕ ਪੈਂਦੇ ਹਨ ਜੀ ਜਿਹੜੇ ਆਹ ਮਤਲਬ ਸੇਲ ਕੀਤੇ ਨੇ ਐਂਡ ਵਾਲਾ ਜਿਹੜਾ ਸੇਲ ਕੀਤਾ ਨਾ ਉਹ ਕੀਤਾ ਹਾਂ ਮੇਰਾ ਮਤਲਬ 70,000 ਦਾ ਮਾਸ਼ਾਅੱਲਾ ਤੇ ਇਸ ਤੋਂ ਇਲਾਵਾ ਜੀ ਜੀ ਉਸ ਤੋਂ 50,000 ਤੋਂ ਮੇਰਾ ਮਤਲਬ 50,000 ਸੇਲ ਕੀਤੀ ਆ ਫੀ ਕਟਾ ਤੇ ਸਰ ਉਹ ਜਿਹੜੇ 15 ਕੱਟੇ ਨੇ ਤੁਹਾਨੂੰ ਫੀ ਕਟਾ ਕਿੰਨਾ ਕੁ ਕੋਈ ਪ੍ਰੋਫਿਟ ਮਿਲ ਗਿਆ ਇਹਦੇ ਚ? ਉਹ ਤੁਸੀਂ ਹਿਸਾਬ ਲਾ ਲਓ ਵੀ ਮੇਰਾ ਮਤਲਬ 40 ਤੋਂ ਮੇਰਾ ਮਤਲਬ 35 ਤੋਂ 60 ਤੱਕ ਦਾ ਤੁਸੀਂ ਆਪ ਹੀ ਕਰ ਲਓ, ਮਤਲਬ 25,000 ਰੁਪਇਆ ਮਤਲਬ ਸਾਨੂੰ ਪ੍ਰੋਫਿਟ ਹੋ ਗਿਆ ਫੀ ਕਟਾ। ਹਾਂ ਮਾਸ਼ਾਅੱਲਾ। ਤੇ ਇਸ ਟਾਈਮ ਕਿੰਨੇ ਕੱਟੇ ਨੇ? ਇਸ ਟਾਈਮ ਸਾਡੇ ਕੋਲ 15 ਕੱਟੇ ਨੇ। ਤੇ ਸਰ ਤੁਸੀਂ ਕੱਟੇ ਫੀਡ ਉੱਤੇ ਤਿਆਰ ਕਰਦੇ ਹੋ ਪਏ ਜਾਂ ਦੇਸੀ ਖੁਰਾਕ ਤੇ? ਨਹੀਂ, ਪਹਿਲਾਂ ਵਾਹ ਇਹਨਾਂ ਨੂੰ ਸਟਾਰਟ ਤੋਂ ਫੀਡ ਕੀ ਦਿੱਤੀ ਹੈ 2 ਮਹੀਨੇ ਜੀ, ਤੇ ਹੁਣ ਅਸਾਂ ਮੇਰਾ ਮਤਲਬ ਇਹਨਾਂ ਨੂੰ 2 ਮਹੀਨੇ ਤੋਂ ਬਾਅਦ ਸਮਝੋ 4 ਮਹੀਨੇ ਹੋ ਗਏ ਨੇ ਦੇਸੀ ਖੁਰਾਕ ਹਿੱਸਾ ਪੱਠੇ ਮਤਲਬ ਇਸਤੇਮਾਲ ਕਰ ਰਹੇ ਹਾਂ। ਠੀਕ ਹੈ। ਤੇ ਜਿਹੜੇ ਕੱਟੇ ਸਰ ਤੁਸੀਂ ਰੱਖੇ ਨੇ ਇਹ ਕਿਹੜੀ ਨਸਲ ਦੇ ਕੱਟੇ ਨੇ? ਇਹ ਬੇਟਾ ਇਹਦੇ ਵਿੱਚ ਮੁਖਤਲਿਫ ਨਸਲਾਂ ਨੇ। ਇਹਦੇ ਵਿੱਚ ਸਾਡੇ ਇਲਾਕੇ 'ਚ ਦੇਸੀ ਹੀ ਚੱਲਦਾ ਮਾਲ। ਇਹਦੇ ਵਿੱਚ ਨਾ ਚੀਚਾ ਵਤਰੀ ਦੀਆਂ ਤੇ ਨਾ ਮੇਰਾ ਮਤਲਬ ਨੀਲੀ ਦੇ ਨੇ। ਇਹ ਐਸੇ ਇਲਾਕੇ ਦੇ ਨੇ ਮਤਲਬ ਗੁਜਰਾਤ ਮੰਡੀ ਭਾਉਦੀਨ ਦੇ ਇਹਨਾਂ ਇਲਾਕਿਆਂ ਦੇ ਨੇ। ਤੇ ਕਿਹੜੀ ਜਗ੍ਹਾ ਤੋਂ ਖਰੀਦਦੇ ਉਹਨਾਂ ਨੂੰ? ਇਹ ਬੇਟਾ ਮੁਖਤਲਿਫ ਮੰਡੀਆਂ ਤੋਂ ਖਰੀਦੀ ਦੇ ਨੇ। ਅਸਾਂ ਜ਼ਿਆਦਾ ਅਕਸਰੀਅਤ ਨਾਲ ਗੁਜਰਾਤ ਮੰਗੋਵਾਲ ਮੰਡੀ 50 ਲੱਗਦੀ ਹੈ, ਉੱਥੋਂ ਖਰੀਦੇ ਹਨ ਤੇ ਤੁਹਾਡੇ ਪਸਰੂਰ ਮੰਡੀ ਤੋਂ ਵੀ ਖਰੀਦੇ ਨੇ। ਤੇ ਗੁਜਰਾਤ ਮੰਡੀ ਦਾ ਰੇਟ ਬਿਹਤਰ ਹੈ? ਹਾਂ, ਉਹ ਉੱਥੇ ਰੇਟ ਬਿਹਤਰ ਹੈ, ਉੱਥੇ ਖਰਚਾ ਕੋਈ ਨਹੀਂ। ਸਰ ਤੁਸੀਂ ਆਪਣੀ ਖਰੀਦਦਾਰੀ ਦੇ ਮੁਤਲਕ ਨਾ ਕੋਈ ਅੱਛੀਆਂ ਗੱਲਾਂ ਦੱਸੋ ਕਿ ਕਿਹੜੇ ਵਜ਼ਨ ਜਾਂ ਕਿਹੜੀ ਉਮਰ ਦੇ ਕੱਟੇ ਕਟਾ ਫਾਰਮਿੰਗ ਵਾਸਤੇ ਬਿਹਤਰ ਰਹਿੰਦੇ ਨੇ? ਕਮ ਅਜ਼ ਕਮ ਬੇਟਾ ਉਹਦੀ ਉਮਰ 1 ਸਾਲ ਹੋਣੀ ਚਾਹੀਦੀ ਹੈ। ਵੇਟ ਦੇ ਲਿਹਾਜ਼ ਨਾਲ ਉਹਦਾ ਮੇਰਾ ਮਤਲਬ 2 ਮਣ ਵਜ਼ਨ ਹੋਣਾ ਚਾਹੀਦਾ ਕਮ ਅਜ਼ ਕਮ। ਇਹ ਵਜ਼ਨ ਗੋਸ਼ਤ ਜਾਂ ਜ਼ਿੰਦਾ ਦਾ? ਨਹੀਂ, ਜ਼ਿੰਦਾ ਦਾ। ਅੱਛਾ, ਅਗਰ ਗੋਸ਼ਤ ਦਾ 2 ਮਣ ਵਜ਼ਨ ਹੋਏਗਾ ਤਾਂ ਉਹਦੇ ਵਿੱਚ ਤੁਹਾਨੂੰ ਜ਼ਿਆਦਾ ਫਾਇਦਾ ਹੋਏਗਾ। ਉਹ ਤੁਹਾਡਾ ਜਲਦੀ ਤਿਆਰ ਹੋ ਜਾਏਗਾ। ਉਹਦੇ ਵਿੱਚ ਤੁਹਾਨੂੰ ਮੇਰਾ ਮਤਲਬ ਪ੍ਰੋਫਿਟ ਜਿਹੜਾ 2-3 ਮਹੀਨੇ ਬਾਅਦ 30 ਤੋਂ 35,000 ਤੱਕ ਪ੍ਰੋਫਿਟ ਮਿਲ ਜਾਏਗਾ। ਤੇ ਸਰ ਇਹ ਜਿਹੜਾ ਕੱਟਾ ਹੈ 1 ਸਾਲ ਦਾ, ਇਹ ਕਿੰਨੇ ਕੁ ਦਾ ਮਿਲ ਜਾਂਦਾ ਹੈ? 1 ਸਾਲ ਦਾ ਕੱਟਾ ਬੇਟਾ ਉਹਦੇ ਵਜ਼ਨ ਦੇ ਮੁਤਾਬਿਕ ਕਈ ਉਹ ਨੇ ਜਿਨ੍ਹਾਂ ਨੇ ਦੁੱਧ ਹੀ ਨਹੀਂ ਛੱਡਿਆ ਤਾਂ ਕੱਟੇ ਦਾ ਦੇ ਕੇ ਵਜ਼ਨ ਹੀ ਸਾਰਾ 30 ਕਿਲੋ ਹੋਵੇ ਜੀ। ਅਗਰ ਉਹਨੂੰ ਤੁਸੀਂ ਸਹੀ ਉਹਦੀ ਗਰੋਥ ਕੀਤੀ ਹੈ ਨਾ, ਉਹਨੂੰ ਮੇਰਾ ਮਤਲਬ ਉਹਦੀ ਪਰਵਰਿਸ਼ ਕੀਤੀ, ਉਹਨੂੰ ਖੁਰਾਕ ਸਹੀ ਦੁੱਧ ਸ਼ੁੱਧ ਪਿਆਇਆ ਤਾਂ ਉਹਦਾ 1.5 ਮਣ ਵਜ਼ਨ ਹੋਵੇ ਨਾ ਤਾਂ ਉਹ ਤੁਹਾਨੂੰ 20,000 ਤੋਂ ਮਤਲਬ ਥੱਲੇ ਹੀ ਲੱਭ ਜਾਏਗਾ, 17-18,000 ਤੱਕ। ਠੀਕ ਹੈ। ਹਾਂ, ਕਿਉਂਕਿ ਗੋਸ਼ਤ ਦੇ ਰੇਟ ਦੇ ਮੁਤਾਬਿਕ ਹੀ ਖਰੀਦਿਆ ਜਾਂਦਾ ਜਾਨਵਰ। ਅੱਛਾ ਸਰ, ਜਿਹੜੇ ਤੁਸੀਂ ਕੱਟੇ ਖਰੀਦੇ ਸਨ ਹਾਂਜੀ ਇੱਕੋ ਦਿਨ ਖਰੀਦੇ ਸਾਜੇ ਸਾਰੇ? ਨਹੀਂ ਬੇਟਾ, ਮੁਫਤੇ ਕੁਝ ਪਸਰੂਰ ਮੰਡੀ ਤੋਂ ਲਿਆਂਦੇ ਨੇ, ਫਰਕ ਕੀਤਾ ਕੁਝ ਅਸਾਂ ਉੱਥੋਂ ਪੰਜਾਬ ਮੰਡੀ ਤੋਂ ਲਿਆ। ਜਿਹੜੇ ਪੰਜਾਬ ਮੰਡੀ ਤੋਂ ਲਿਆਂਦੇ ਹਨ ਨਾ, ਹਾਂਜੀ, ਉਹ ਸਮਝੋ ਹਾਂ 1 ਦਿਨ 'ਚ ਖਰੀਦੇ ਹਨ।
ਜ਼ਬਰਦਸਤ। ਅੱਛਾ, ਕੋਈ ਐਵਰੇਜ ਅਗਰ ਤੁਸੀਂ ਕੱਢਿਆ ਹੋਇਆ ਕਿ ਐਵਰੇਜ ਇੱਕ ਕੱਟਾ ਤੁਹਾਨੂੰ ਕਿੰਨੇ ਦਾ ਪੈ ਗਿਆ, ਛੋਟੇ ਤੋਂ ਲੈ ਕੇ ਵੱਡੇ ਤੱਕ, ਮਸਲ ਐਵਰੇਜ ਅਗਰ ਬੇਟਾ ਉਹ ਇਹ ਚੀਜ਼ ਦੇ ਵੀ ਆਹ ਜਿਹੜੇ ਉੱਥੋਂ ਖਰੀਦੇ ਹਨ ਨਾ ਕੱਟੇ 50 ਤੋਂ, ਹਾਂਜੀ, ਉਹ ਅਸਾਂ 18 ਕੱਟੇ ਐਵਰੇਜ ਉੱਥੋਂ ਦੀ ਖਰੀਦ ਹਾਂਜੀ 17,000 ਸੀ ਫੀ ਕੱਟਾ। 17,000 ਰੁਪਇਆ 17,000 ਰੁਪਈਆ ਉਹ ਸਾਨੂੰ ਖਰਚਾ ਪਾ ਕੇ ਇੱਥੇ 19,000 ਰੁਪਈਆ ਮੇਰਾ ਮਤਲਬ ਗੱਡੀ ਦਾ ਕਿਰਾਇਆ ਇਹ ਉਹ ਆਪਣਾ ਖਰਚਾ ਉਹ 19,000 ਤੋਂ ਪਿਆ ਸੀ। ਅੱਛਾ ਸਰ, ਜੇ ਤੁਸੀਂ ਪਹਿਲੇ ਕੱਟੇ ਸੇਲ ਕੀਤੇ ਨੇ ਉਹ ਕਿੰਨੀ ਦੇਰ ਰੱਖ ਕੇ ਸੇਲ ਕੀਤੇ ਸਾਜੇ? ਉਹ ਬੇਟਾ ਇਹਨਾਂ ਦੇ ਨਾਲ ਦੇ ਕੱਟੇ ਨੇ ਉਹ ਵੱਡੇ ਸਨ, ਮੇਰਾ ਮਤਲਬ ਉਹਨਾਂ ਦਾ ਵਜ਼ਨ ਜ਼ਿਆਦਾ ਸੀ ਜਦੋਂ ਲੈ ਨੇ, ਇਹਨਾਂ ਦਾ ਵਜ਼ਨ ਥੋੜਾ ਸੀ। ਤਾਂ ਹੀ ਤੁਹਾਨੂੰ ਇਹ ਮਸ਼ਵਰਾ ਦਿੱਤਾ ਹੈ ਵੀ ਛੋਟੇ ਵਜ਼ਨ ਦੇ ਨਾ ਲਿਓ ਜੋ ਛੇਤੀ ਤਿਆਰ ਨਹੀਂ ਹੋਣੇ, ਭਾਵੇਂ ਉਹਨਾਂ ਨੂੰ ਤੁਸੀਂ ਫੀਡ ਵੀ ਪਾਓਗੇ। ਕਿ ਕਮ ਸੇ ਕਮ ਕਿੰਨੇ ਵਜ਼ਨ ਦਾ ਕੱਟਾ ਬਿਹਤਰ ਰਹਿੰਦਾ ਹੈ? ਕਮ ਅਜ਼ ਕਮ ਤੋਂ ਮਤਲਬ ਦੱਸਿਆ ਸਣੇ ਗੋਸ਼ਤ ਸਣੇ ਉਹਦਾ ਮੇਰਾ ਮਤਲਬ ਸਾਰੀ ਸਲਾਖ ਜਿਹੜੀ ਹੈ ਨਾ ਉਹ 2 ਮਣ ਦਾ ਹੋਣਾ ਚਾਹੀਦਾ। ਜਿਹੜਾ 2 ਮਣ ਤੋਂ ਕੰਮ ਹੈ ਉਹ ਨੁਕਸਾਨ ਦੇਦਾ, ਫਿਰ ਉਹ ਤੁਹਾਨੂੰ ਨੁਕਸਾਨ ਦੇਗਾ। ਉਹਨੂੰ ਫੀਡ ਵੀ ਪਾਓਗੇ ਕਿੰਨਾ ਕੁ ਫਰਕ ਕਰੇਗਾ। ਸਰ ਕੱਟੇ ਇਹ ਫੀਡ ਤੇ ਤਿਆਰ ਕਰਨਾ ਬਿਹਤਰ ਹੈ ਜਾਂ ਕਿ ਦੇਸੀ ਖੁਰਾਕ ਤੇ ਤਿਆਰ ਕਰਨਾ ਬਿਹਤਰ ਹੈ? ਮੇਰੇ ਤਜਰਬੇ ਦੇ ਮੁਤਾਬਕ ਬੇਟਾ ਦੇਸੀ ਖੁਰਾਕ ਤੇ ਕਰਨੇ ਬਿਹਤਰ ਹੈ। ਕਿਤੇ ਉਹਨਾਂ ਨੂੰ ਦੇਸੀ ਖੁਰਾਕ ਤੇ ਤੁਸੀਂ ਉਹਨਾਂ ਨੂੰ ਤਿਆਰ ਕਰੋਗੇ ਨਾ, ਉਹਨਾਂ ਤੁਹਾਡਾ ਇੱਥੇ ਬਹੁਤ ਜ਼ਿਆਦਾ ਗਾਹਕ ਹੋ ਜਾਣਗੇ ਜੀ। ਕਸਾਈ ਵੀ ਲੈਣਗੇ, ਲੋਕੀ ਸ਼ਾਦੀਆਂ ਵਿਆਹਾਂ ਤੇ ਲੈਣਗੇ। ਇਹ ਇੱਕ ਬਦਨਾਮ ਜਿਹੜੀ ਫੀਡ ਹੈ ਨਾ ਉਹ ਇੱਕ ਬਦਨਾਮ ਚੀਜ਼ ਹੈ। ਹਰ ਬੰਦੇ ਨੇ ਆਖਣਾ ਯਾਰ ਉਹ ਫੀਡ ਦੇ ਪਲੇ ਨੂੰ ਨਾ ਲਿਓ ਜੇ। ਤੇ ਫਿਰ ਦੇਸੀ ਖੁਰਾਕ ਤੇ ਖਰਚਾ ਕਮ ਹੁੰਦਾ ਹੈ? ਬਿਲਕੁਲ ਮਿਆਦ ਜ਼ਿਆਦਾ ਲੱਗਦੀ ਹੈ, ਖਰਚਾ ਕਮ ਹੁੰਦਾ ਹੈ। ਮਿਆਦ ਫਰਜ਼ ਕੀਤਾ ਅਗਰ ਤੁਸੀਂ ਫੀਡ ਤੇ ਇੱਕ ਕੱਟਾ 3 ਮਹੀਨੇ ਚ ਤਿਆਰ ਕਰਦੇ ਹੋ, ਉਹ ਤੁਹਾਡਾ 5 ਮਹੀਨੇ 'ਚ ਤਿਆਰ ਹੋ ਜਾਏਗਾ। ਉਹ ਉਹਨਾਂ ਵਜ਼ਨ ਕਰ ਜਾਏਗਾ ਜੇ ਖੁਰਾਕ ਸਹੀ ਦਿਓਗੇ ਤੇ। ਨਾਲ ਤੁਸੀਂ ਵੰਡਾ ਆਪਣਾ ਤਿਆਰ ਦਿਓ, ਦਲੀਆ ਦਿਓ, ਮਕਈ ਦਾ ਦਿਓ, ਕਣਕ ਦਾ ਦਿਓ, ਉਹਦੇ ਨਾਲ ਉਹ ਛੇਤੀ ਤਿਆਰ ਹੋ ਜਾਏਗਾ। ਅੱਛਾ, ਜਿਹੜਾ ਤੁਸੀਂ ਵੰਡਾ ਅਗਰ ਖੁਦ ਤਿਆਰ ਕਰਨਾ ਹੈ ਉਹ ਕਿਹੜੀ ਕਿਹੜੀ ਚੀਜ਼ ਦਾ ਤਿਆਰ ਕਰਨਾ ਹੈ, ਉਹਦੀ ਤਿਆਰੀ ਦਾ ਤਰੀਕਾ ਦੱਸੋ। ਉਹਦਾ ਬੇਟਾ ਤਿਆਰ ਇਹ ਹੀ ਕਰਨਾ ਵੀ ਮਕਈ ਲੈ ਲਓ, ਉਹ ਜਿੰਨੀ ਵੀ ਲਓਗੇ ਉਹਨੂੰ ਦਲਾ ਲਓ, ਕਣਕ ਲੈ ਲਓ ਉਹਨੂੰ ਵੀ ਦਲਾ ਲਓ। ਉਸ ਤੋਂ ਇਲਾਵਾ ਤੁਹਾਡੇ ਮਜ਼ੀਦ ਮੇਰਾ ਮਤਲਬ ਵੰਡੇ ਦੇ ਵਿੱਚ ਬਾਜਰਾ ਇਸਤੇਮਾਲ ਹੋ ਜਾਂਦਾ, ਚੋਖਰ ਇਸਤੇਮਾਲ ਹੋ ਜਾਂਦਾ, ਖਾਲ ਇਸਤੇਮਾਲ ਹੋ ਜਾਂਦੀ। ਉਹਦੇ ਤੋਂ ਆਪਣੀ ਮੇਰਾ ਮਤਲਬ ਹਿੰਮਤ ਦੇ ਮੁਤਾਬਕ ਪਾਉਣਾ। ਜਿੰਨਾ ਜ਼ਿਆਦਾ ਪਾਓਗੇ ਉਹਨਾਂ ਮੇਰਾ ਮਤਲਬ ਜਿੰਨੀਆਂ ਚੀਜ਼ਾਂ ਵਿੱਚ ਜ਼ਿਆਦਾ ਲਾਓਗੇ ਤਾਕਤਵਰ ਉਹਨਾਂ ਜ਼ਿਆਦਾ ਉਹ ਮੇਰਾ ਮਤਲਬ ਉਹਨਾਂ ਦੀ ਗਰੋਥ ਹੋਏਗੀ। ਫਿਰ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਜਿਹੜੀ ਦੇਸੀ ਖੁਰਾਕ ਹੈ ਉਹ ਅੱਛੀ ਹੈ, ਇਫੈਕਟਿਵ ਹੈ, ਲੇਕਿਨ ਜਿਹੜਾ ਕਿ ਉਹ ਟਾਈਮ ਜ਼ਿਆਦਾ ਲੱਗਦਾ ਹੈ ਤੇ ਦੇਸੀ ਖੁਰਾਕ ਵਿੱਚ ਫਿਰ ਖਰਚਾ ਕਮ ਹੁੰਦਾ ਹੈ। ਉਹ ਤਾਂ ਬੇਟਾ ਲਾਜ਼ਮਨ ਚੀਜ਼ ਹੈ ਕਿ ਹੁਣ ਫਰਕ ਤਾਂ ਇਹਦੀ ਬੋਰੀ ਹੈ ਫੀਡ ਦੀ, ਇਹ ਇਸ ਵੇਲੇ ਦੇ ਰਹੇ ਨੇ ਮੇਰਾ ਮਤਲਬ 1550 ਦੀ 40 ਕਿਲੋ ਦੀ। ਤੇ ਉਹਦੇ ਮੁਤਾਬਕ ਤੁਸੀਂ ਕਣਕ ਲਵੋਗੇ, ਨਿਕਲਦੀ ਕਣਕ ਲੈ ਲੈਂਦੇ ਹੋ ਤੁਸੀਂ, ਤੁਹਾਡੀ ਜਾਂ ਜ਼ਿਮੀਦਾਰ ਹੋ ਤੁਹਾਡੀ ਆਪਣੀ ਹੈ, ਜਾਂ ਮਕਈ ਮੁੱਲ ਲੈ ਲੈਂਦੇ ਹੋ, ਤੁਹਾਨੂੰ ਬਹੁਤ ਸਸਤੀ ਪੈਗੀ। ਅੱਛਾ, ਫੀਡ ਦੇ ਨਾਲ ਪਾਣੀ ਵਗੈਰਾ ਬੜਾ ਇਸ਼ੂ ਹੁੰਦਾ ਵੇ, ਕੀ ਇਹ ਮੇਨ ਇਸ਼ੂ ਦੱਸ ਦਿਓ ਕਿ ਪਾਣੀ ਕਿੰਜ ਇਸਤੇਮਾਲ ਕਰਾਉਣਾ ਚਾਹੀਦਾ? ਪਾਣੀ ਬੇਟਾ ਉਹਦਾ ਇਸਤੇਮਾਲ ਇਹ ਪਾਣੀ ਤਰੀਕਾ ਕਰ ਹੈ ਇਹ ਪਿਆ ਵੇਖੇ ਤੁਹਾਡੇ ਕੋਲ ਇੱਕ ਟੱਪ ਪਿਆ, ਇੱਕ ਉਹ ਪਿਆ ਅੰਦਰ ਜੀ। ਤੁਸੀਂ ਮੇਰਾ ਮਤਲਬ ਅਗਰ ਤੁਹਾਡਾ ਮੇਰਾ ਮਤਲਬ ਕਿਸੇ ਨੂੰ ਮਸ਼ਵਰਾ ਦੇਣਾ ਨਾ, ਉਹਦੇ ਕੋਲੋਂ ਪਾਣੀ ਵਾਲੀ ਹੌਦੀ ਬਣਵਾਣੀ ਖੁਰਲੀ, ਉਹਦਾ ਫਰਕ ਤੇ ਜਿਹੜਾ ਸ਼ੈੱਡ ਹੈ ਨਾ ਉਹਦੇ ਜਿਵੇਂ ਸਾਡਾ ਇਹ ਸ਼ੈੱਡ ਬਣਿਆ ਆਹ ਤਾਂ ਜੀ ਕੰਪਲੀਟ ਕਰਨਾ ਜੇ ਮਜ਼ੀਦ ਇਹਨੂੰ ਬਣਾਉਣਾ ਹੈ, ਉਹਦੀ ਮੇਰਾ ਮਤਲਬ ਉਹ ਖੁਰਲੀ ਬਣਾਓ ਪਾਣੀ ਵਾਲੀ, ਉਹਦੇ ਵਿੱਚ ਪਾਣੀ 24 ਘੰਟੇ ਮੌਜੂਦ ਰਹਿਣਾ ਚਾਹੀਦਾ। ਪਾਣੀ ਦੇ ਵਿੱਚ ਜਦੋਂ ਤੁਸੀਂ ਉਹਨੂੰ ਮੇਰਾ ਮਤਲਬ ਦੁਬਾਰਾ ਪਾਣੀ ਪਾਣਾ ਉਹਦੇ ਵਿੱਚ ਕਮ ਅਜ਼ ਕਮ ਉਹਦੀ ਕਪੈਸਿਟੀ ਦੇ ਮੁਤਾਬਕ ਪਾਣੀ ਦੀ ਤੇ ਤੁਹਾਨੂੰ ਉਹਦੇ ਵਿੱਚ ਨਮਕ ਸੁੱਟਣਾ ਚਾਹੀਦਾ। ਠੀਕ ਹੈ, ਨਮਕ ਸੁੱਟਣਾ ਚਾਹੀਦਾ ਕਿਉਂਕਿ ਇਹਦੀ ਨਮਕੀਆਤ ਜਿਹੜੀ ਹੈ ਉਹਦੇ ਵਿੱਚ ਜਿੰਨੀ ਇਹ ਜ਼ਿਆਦਾ ਹੋਏਗੀ ਪਾਣੀ 'ਚ ਉਨੀ ਇਹ ਜ਼ਿਆਦਾ ਗਰੋਥ ਕਰਨੀ ਹੈ। ਉਹ ਇਹਨਾਂ ਮੇਰਾ ਮਤਲਬ ਫੀਡ ਤੇ ਇਹਨਾਂ ਪਾਣੀ ਪੀਣਾ ਹੀ ਪੀਣਾ। ਇਹ ਦੂਜਾ ਜਿਹੜਾ ਮਸਲਾ ਇਹਦੇ ਵਿੱਚ ਦੇਸੀ ਖੁਰਾਕ ਦੇਣਾ ਉਸ ਤਰ੍ਹਾਂ ਹੀ ਪਾਣੀ ਪੀਣਾ ਜਿਵੇਂ ਤੁਸੀਂ ਤੁਹਾਡੇ ਦੂਜੇ ਡੰਗਰ ਪੀਂਦੇ ਨੇ ਪਾਣੀ, ਇਹਨਾਂ ਉਂਝ ਹੀ ਪੀਣਾ। ਫੀਡ ਜਿਹੜੀ ਉਹ ਪਾਣੀ ਪਿਆਂਦੀ ਹੈ ਤੇ ਬੇਸਾਬਾ ਪਿਆਂਦੀ ਹੈ, ਤੇ ਉਹ ਤੁਹਾਨੂੰ ਆਪਣੀ ਮਰਜ਼ੀ ਨਾਲ ਪਤਾ। ਅੱਛਾ ਅੰਕਲ ਜੀ, ਇੱਕ ਗੱਲ ਦੱਸ ਦਿਓ ਕਿ ਫੀਡ ਕਿੰਨੀ ਦੇਰ ਤੋਂ ਬਾਅਦ ਜਾਨਵਰ ਨੂੰ ਇਸਤੇਮਾਲ ਕਰਾਉਣੀ ਚਾਹੀਦੀ ਤੇ ਬਿਹਤਰ ਰਹਿੰਦਾ, ਗਰੋਥ ਜ਼ਿਆਦਾ ਹੁੰਦੀ ਹੈ? ਕਿੰਨੀ ਦੇਰ ਦਾ ਜਾਨਵਰ ਹੋਇਆ ਉਹਨੂੰ ਫੀਡ ਇਸਤੇਮਾਲ ਕਰਾਉਣੀ ਚਾਹੀਦੀ? ਫੀਡ ਬੇਟਾ ਉਹ ਕੱਟੀ ਛੋਟੀ ਜਿਹੀ ਬੈਠੀ ਉਹਨੂੰ ਭਾਵੇਂ ਸ਼ੁਰੂ ਕਰ ਲਓ। ਖੁਰਾਕ ਜਿਹੜੀ ਉਹ ਤੇ ਫੀਡ ਦਾ ਮਤਲਬ ਤੇ ਖੁਰਾਕ, ਖੁਰਾਕ ਜਦੋਂ ਤੋਂ ਸ਼ੁਰੂ ਕਰਨੀ ਉਦੋਂ ਹੀ ਮੇਰਾ ਮਤਲਬ ਉਹਨੇ ਸ਼ੁਰੂ ਹੋ ਜਾਣਾ। ਸਰ ਜਦੋਂ ਤੁਸੀਂ ਕੱਟੇ ਲੈ ਕੇ ਆਉਂਦੇ ਆਪਣੇ ਫਾਰਮ ਤੇ ਉਦੋਂ ਉਹਨਾਂ ਨੂੰ ਫੀਡ ਕਿੰਨੀ ਦਿੰਦੇ ਹੋ? ਇਹ ਉਹ ਸਟੈਪ ਬਾਏ ਸਟੈਪ ਦੱਸੋ ਕਿ ਸ਼ੁਰੂ 'ਚ ਕਿੰਨੀ ਫੀਡ ਦੇਣੀ ਹੈ ਤੇ ਐਂਡ ਸਿੱਧਾ ਕਿੰਨੀ ਫੀਡ ਦੇਣੀ ਹੈ? ਕੱਟਾ ਬਹੁਤ ਸਰ ਬੇਟਾ ਫੀਡ ਜਿੰਨੀ ਤੁਸੀਂ ਸਟਾਰਟ ਲੈਣਾ ਨਾ ਉਹ ਹੀ ਇਹਨਾਂ ਨੂੰ ਅਸਰਅੰਦਾਜ਼ ਹੋਣੀ ਹੈ। ਅਗਰ ਤੁਸੀਂ ਸਟਾਰਟ ਲੈ ਲੈਂਦੇ ਹੋ ਮੇਰਾ ਮਤਲਬ ਇੱਕ ਪਾ ਤੋਂ, ਉਹ ਪਾ ਜਿਹੜਾ ਨਾ ਉਹਦਾ ਪਾ ਸੁਬਾਹ ਪਾ ਸ਼ਾਮ, ਯਾਨੀ ਕਿ ਇੰਨਾ ਤੁਸੀਂ ਮਤਲਬ ਕਰਦੇ ਹੋ। ਹੌਲੀ ਹੌਲੀ ਆਹਿਸਤਾ ਆਹਿਸਤਾ ਜਿਉਂ ਜਿਉਂ ਇਹਨਾਂ ਦੇ ਮੇਰਾ ਮਤਲਬ ਮੁੱਦਤ ਵੱਧਦੀ ਜਾਣੀ ਹੈ ਤੇ ਉਹਨੂੰ ਫੀਡ ਵਧਾਈ ਜਾਣੀ ਹੈ। ਐਂਡ ਤੇ ਮੇਰਾ ਮਤਲਬ 3 ਮਹੀਨੇ ਤੱਕ ਜਿਉਂ ਜਿਉਂ ਤੁਸੀਂ ਜਾਣਾ ਤੇ ਤੁਸੀਂ 2 ਕਿਲੋ ਵੀ ਕਰ ਸਕਦੇ ਹੋ, 2.5 ਕਿਲੋ ਵੀ ਕਰ ਸਕਦੇ ਹੋ, ਕਿਉਂਕਿ ਇਹਨਾਂ ਨੂੰ ਤੁਸੀਂ ਜਿੰਨੀ ਪਾਣੀ ਇਹਨਾਂ ਖਾਜੜ ਨਹੀਂ ਕਰਨੀ ਹੈ।
ਜ਼ਿਆਦਾ ਤੋਂ ਜ਼ਿਆਦਾ 2-3 ਕਿਲੋ ਤੋਂ ਵਧਾਣੀ ਤੇ ਨਹੀਂ ਨਾ? ਨਹੀਂ, ਅਗਰ ਉਹਨਾਂ ਦਾ weight ਵੱਧ ਹੈ, ਫਰਜ਼ ਕਰ ਇੱਕ ਤੁਸੀਂ 2 ਮਣ ਦਾ ਲਿਆਉਂਦੇ ਹੋ, ਉਹਨੂੰ ਤੁਸੀਂ ਸਟਾਰਟ ਮੁਰੰਮਤ ਕਰਦੇ ਹੋ 1 ਪਾ ਤੋਂ, ਉਹ ਟੁਰ ਜਾਂਦਾ 4 ਮਣ ਤੇ, ਉਹਦੀ ਖੁਰਾਕ ਵੀ ਤੇ 5 ਕਿਲੋ ਹੋਣੀ ਹੈ। ਤੇ ਅੱਜ ਕੱਲ ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਹੈ? ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਜਾਨਵਰਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ? ਬੇਟਾ ਇਹ ਤੁਹਾਡੇ ਸਾਹਮਣੇ ਚਾਰਾ ਲੈ ਕੇ ਆਏ ਨੇ ਬੱਚੇ, ਇਹ ਇਹਨਾਂ ਨੂੰ ਪਾਉਣਾ। ਹਾਂ, ਇਹ ਸੁਬਹ ਪਾਉਣਾ, ਇਹ ਸ਼ਾਮ ਨੂੰ ਪਾਉਣਾ। ਤੇ ਫੀਡ ਇਸਤੇਮਾਲ ਨਹੀਂ ਕਰਵਾਉਂਦੇ ਪਏ? ਨਾ ਫੀਡ ਬਿਲਕੁਲ ਬੰਦ ਕਰ ਦਿੱਤੀ। ਸਟਾਰਟ ਤੇ 2 ਮਹੀਨੇ ਫੀਡ ਸ਼ੁਰੂ ਕੀਤੀ ਸੀ, ਉਹਦਾ ਫਿਰ ਐਸਟੀਮੇਟ ਕੱਢਿਆ। ਐਸਟੀਮੇਟ ਦੇ ਵਿੱਚ ਉਹ ਬਹੁਤ ਮਤਲਬ ਦੂਰ ਜਾਂਦਾ ਹੈ ਖਰਚਾ, ਉਹ ਸਾਡੇ ਕੱਟੇ ਫਰੀ ਜਾਂਦੇ ਹਨ। ਤੇ ਨਾਲ ਕੋਈ ਦੇਸੀ ਵੰਡਾ ਪਾਉਂਦੇ ਹੋ ਪਏ ਇਹਨਾਂ ਨੂੰ? ਨਾ ਕੋਈ ਚੀਜ਼ ਨਹੀਂ ਅਜੇ ਪਾਉਂਦੇ ਪਏ ਇਹਨਾਂ ਨੂੰ, ਕੋਈ ਦੇਸੀ ਵੰਡਾ ਨਹੀਂ ਪਾਉਂਦੇ ਸਵਾਏ ਪੱਠਿਆਂ ਤੋਂ। ਤੇ ਵੰਡਾ ਹੁਣ ਕਿਦੋਂ ਉਹਨਾਂ ਨੂੰ ਇਸਤੇਮਾਲ ਕਰਾਓਗੇ? ਵੰਡਾ ਬੇਟਾ ਜਿੱਦਣ ਸਾਡਾ ਮਤਲਬ ਇਰਾਦਾ ਬਣ ਗਿਆ, ਮੌਸਮ ਤਾਂ ਚੇਂਜ ਹੁੰਦਾ ਤੇ ਫਿਰ ਮਤਲਬ ਵੰਡਾ ਸ਼ੁਰੂ। ਪਰ ਵੰਡੇ ਦੀ ਸਾਨੂੰ ਜ਼ਰੂਰਤ ਨਹੀਂ ਪੈਣੀ, ਕਿਉਂਕਿ ਆਹ ਚਾਰਾ ਹੀ ਇਹਨਾਂ ਕੋ ਬੀਜਿਆ, ਇਸ ਕਿਸਮ ਦਾ ਬੀਜਿਆ, ਜਵਾ ਬੀਜਿਆ, ਮਤਲਬ ਦੂਜੇ ਪੱਠੇ ਬੀਜੇ। ਜਿੱਦਣ ਇਹਨਾਂ ਦੇ ਮੌਸਮ ਬਦਲ ਗਏ, ਇਹਨਾਂ ਨੂੰ ਗਰਮੀ ਮਹਿਸੂਸ ਹੋਈ, ਉਦੋਂ ਇਹਨਾਂ ਨੇ ਦਿਨ ਦੁਗਣੀ ਰਾਤ ਚੌਗਣੀ ਕਰ ਜਾਣੀ। ਇਨਸ਼ਾਅੱਲਾ ਤਾਲਾ ਜ਼ਿੰਦਗੀ ਰਹਿਣੀ ਚਾਹੀਦੀ ਹੈ। ਮਾਸ਼ਾਅੱਲਾ। ਤੇ ਇਹ ਜਿਹੜਾ ਸਰ ਸਬਜ਼ ਚਾਰਾ ਹੈ, ਇਹਦੇ ਨਾਲ ਵੀ ਵਜ਼ਨ ਇਹਨਾਂ ਦਾ ਜ਼ਿਆਦਾ ਵੱਧਦਾ ਕਿ ਫੀਡ ਤੇ ਵੰਡਾ ਲਾਜ਼ਮੀ ਹੁੰਦਾ? ਮਤਲਬ ਤੂੰ ਜ਼ਿਮੀਂਦਾਰ ਬੰਦੇ ਹੋ, ਜਿੰਨੇ ਵੀ ਮੇਰਾ ਮਤਲਬ ਅੱਜ ਤੱਕ ਜ਼ਿਮੀਂਦਾਰੀ ਦੇ ਵਿੱਚ ਜਿੰਨੇ ਵੀ ਜਾਨਵਰ ਚੱਲਦੇ ਨੇ, ਗਾਈਆਂ ਮਈਆਂ ਸਾਰੀਆਂ ਸਬਜ਼ ਚਾਰੇ ਤੇ ਚੱਲਦੀਆਂ ਨੇ। ਕੋਈ ਇਹਨਾਂ ਨੂੰ ਦੂਜਾ ਚਾਰਾ ਨਹੀਂ ਪਾਈਦਾ, ਸਬਜ਼ ਚਾਰਾ ਹੀ ਪਾਈਦਾ। ਸਵਾਏ ਸੂਈਆਂ ਮਈਆਂ ਨੂੰ ਅਸੀਂ ਵੰਡਾ ਪਾਉਂਦੇ ਹਾਂ ਦੁੱਧ ਦੀ ਮੇਰਾ ਮਤਲਬ ਪ੍ਰੋਗਰੈਸ ਵਾਸਤੇ। ਹੋਰ ਦੂਜੇ ਸਾਰੇ ਜਿੰਨੇ ਵੀ ਆ ਬੈਠੇ ਨੇ ਸਾਰੇ ਮੇਰਾ ਮਤਲਬ ਸਬਜ਼ ਚਾਰੇ ਤੇ ਗਰੋਥ ਕਰਦੇ ਪਏ। ਅੱਛਾ ਅੰਕਲ ਜੀ, ਅਗਰ ਅਖਰਾਜਾਤ ਦੀ ਗੱਲ ਕੀਤੀ ਜਾਏ ਤੇ ਇੱਕ ਅਗਰ ਜਿਹੜਾ ਕੱਟਾ ਵੇ ਉਹ 3 ਮਹੀਨੇ ਰੱਖ ਕੇ ਸੇਲ ਕਰ ਦਿੰਦੇ ਆ, ਕਿੰਨਾ ਮਹੀਨਿਆਂ ਦੇ ਵਿੱਚ ਉਹ ਤੇ ਇੱਕ ਕੱਟੇ ਤੇ ਕਿੰਨਾ ਕੋ ਅੰਦਾਜ਼ਨ ਅਖਰਾਜਾਤ ਆ ਜਾਂਦੇ ਨੇ? ਉਹ ਤੇ ਬੇਟਾ ਤੁਹਾਡੀ ਮਿਹਨਤ ਦੇ ਖੁਰਾਕ ਫੀਡ ਦੇ ਸਿਰ ਤੇ ਡੇਲੀ ਕਿੰਨਾ ਆ ਜਾਂਦਾ ਕੱਟੇ ਦਾ ਖਰਚਾ? ਡੇਲੀ ਤੇ ਬੇਟਾ ਤੁਸੀਂ ਮੇਰਾ ਮਤਲਬ 40 ਕਿਲੋ ਦੀ ਬੋਰੀ ਹੈ, ਹਾਂਜੀ, 1550 ਦੀ ਉਹਦਾ ਤੁਸੀਂ ਉਹਨੂੰ ਮੇਰਾ ਮਤਲਬ 40 ਦਿਨ ਇਸਤੇਮਾਲ ਕਰਦੇ ਹੋ। ਸਹੀ। 1 ਕਿਲੋ ਦੇ ਮਤਲਬ ਹਿਸਾਬ ਦੇ 1 ਕਿਲੋ ਦੇ ਹਿਸਾਬ ਤੇ ਉਹਨੂੰ ਇਸਤੇਮਾਲ ਕਰ ਦਿਓ ਕੱਟੇ ਨੂੰ। ਮਤਲਬ ਅੱਧਾ ਕਿਲੋ ਸਵੇਰ ਪਾਉਂਦੇ, ਅੱਧਾ ਕਿਲੋ ਪਿਛਲੇ ਟਾਈਮ ਪਾਉਂਦੇ ਸ਼ਾਮ ਨੂੰ। ਤੇ ਉਹਦਾ ਤੁਸੀਂ ਹਿਸਾਬ ਲਾ ਲਓ ਵੀ 15.5 ਨੂੰ 40 ਦਿਨਾਂ ਤੇ ਤਕਸੀਮ ਕਰ ਲਓ ਵੀ ਕੱਟੇ ਤੇ ਕਿੰਨਾ ਖਰਚਾ ਆ ਗਿਆ। ਇੱਕ ਕੱਟੇ ਦੀ ਖੁਰਾਕ ਇੱਕ ਬੋਰੀ ਗਿਣ ਲਓ ਨਾ 40 ਦਿਨ ਦੀ। ਠੀਕ ਹੋ ਨਾਜ਼ਰੀਨ, ਆਪੀ ਕਰ ਲੈਂਦੇ। ਇਹ ਤੇ ਤੁਸੀਂ ਜ਼ਿਕਰ ਕੀਤਾ ਨਾ ਕਿ ਉਹ ਜਿਹੜਾ ਫੀਡ ਹੈ ਉਹਦਾ, ਇਸ ਤੋਂ ਇਲਾਵਾ ਜਿਹੜਾ ਕੋਈ ਚਾਰਾ ਵਗੈਰਾ ਉਹਦਾ ਕਿੰਨਾ ਕੁ ਖਰਚਾ ਹੈ? ਉਹ ਤੇ ਬੇਟਾ ਜ਼ਿਮੀਦਾਰ ਦਾ ਹੀ ਹੈ, ਉਹਨੂੰ ਤਾਂ ਅਸੀਂ ਗਿਣਦੇ ਹੀ ਨਹੀਂ। ਕਿੰਨੇ ਕੁ ਪੱਠੇ ਵੈਸੇ ਇਹਨਾਂ ਜਾਨਵਰਾਂ ਵਾਸਤੇ ਬੀਜੇ ਜੇ? ਇਹਨਾਂ ਵਾਸਤੇ ਬੇਟਾ 80,000 ਦਾ ਕਿੱਲਾ ਲਿਆ। ਸਟਾਲੇ ਦਾ 80,000 ਦਾ ਕਿੱਲਾ ਲਿਆ। ਅੱਛਾ। ਤੇ ਇਹ ਜਿਹੜਾ ਤੁਸੀਂ ਸ਼ੈੱਡ ਬਣਾਇਆ ਇਹਨਾਂ ਜਾਨਵਰਾਂ ਵਾਸਤੇ, ਕਿੰਨੀ ਜਗ੍ਹਾ 'ਚ ਬਣਾਇਆ? ਲੰਬਾਈ ਤੇ ਚੌੜਾਈ ਕਿੰਨੀ ਜੇ? ਇਹਦੀ ਬੇਟਾ ਇਹ ਜਿਹੜਾ ਜੇ 40 ਫੁੱਟ ਦਾ ਜੇ ਤੇ 18 ਫੁੱਟ, ਇਹਦੀ 20 ਫੁੱਟ ਚੜਾਈ ਜੇ। ਇਸ ਤੋਂ ਜ਼ਿਆਦਾ ਜਾਨਵਰ ਵੀ ਆ ਸਕਦੇ ਇਹਦੇ ਵਿੱਚ? ਕਿਹਦੇ ਚ? ਇਹ ਜਾਨਵਰ ਕੀ ਬੇਟਾ, ਇਹ ਦੇ ਵਿੱਚ ਭਾਵੇਂ ਇਹਨੇ ਹੋਰ ਪਾ ਲਓ। ਇਹਦੇ ਵਿੱਚੋਂ ਨਿਕਲ ਗਏ ਨੇ। ਅੱਛਾ ਸਰ, ਇਹ ਦੱਸੋ ਕਿ ਕੱਟਿਆਂ ਨੂੰ ਕੋਈ ਬਿਮਾਰੀ ਵਗੈਰਾ ਵੀ ਹੁੰਦੀ ਹੈ ਤੇ ਉਹਨਾਂ ਦਾ ਕੀ ਕੋਈ ਦੇਸੀ ਇਲਾਜ ਕਰਦੇ ਹੋ? ਉਹ ਜੇ ਤਾਂ ਤੁਸੀਂ ਫੀਡ ਪਾਣੀ ਹੈ ਤਾਂ ਖੁਦ ਬਖੁਦ ਹੀ ਤੁਹਾਨੂੰ ਦੱਸੀ ਜਾਣਗੇ। ਬਿਮਾਰੀ ਬੇਟਾ ਇਹਨਾਂ ਦੇ 2 ਨੇ ਬਹੁਤ ਬਿਮਾਰੀ ਜਿਹੜੀ ਜਾਨਵਰਾਂ ਦੀ ਹੈ ਨਾ, ਉਹ 2 ਨੇ। ਇੱਕ ਮੂੰਹ ਖੁਰ ਦੀ ਬਿਮਾਰੀ ਹੁੰਦੀ ਹੈ, ਇੱਕ ਮੇਰਾ ਮਤਲਬ ਹੁੰਦੀ ਹੈ ਗਲਗੋਟ ਦੀ ਬਿਮਾਰੀ। ਇਹ ਇਹਨਾਂ ਦਾ ਕੋਈ ਦੇਸੀ ਇਲਾਜ ਹੈ? ਇਹਨਾਂ ਦਾ ਦੇਸੀ ਇਲਾਜ ਨਹੀਂ, ਇਹਨਾਂ ਦੇ ਮੇਰਾ ਮਤਲਬ ਇੰਜੈਕਸ਼ਨ ਹੀ ਨੇ। ਵੈਟਰਨਰੀ ਹਸਪਤਾਲਾਂ ਦੇ ਵਿੱਚੋਂ ਮੇਰਾ ਮਤਲਬ ਉਹਨਾਂ ਡਾਕਟਰ ਨੂੰ ਸਲਾਹ ਦਿਓਗੇ ਉਹ ਆ ਕੇ। ਮੇਰਾ ਮਤਲਬ ਇਹ ਬਿਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਸੀਜ਼ਨ ਹੁੰਦਾ ਇਹਦਾ। ਅੱਛਾ। ਉਹਦੇ ਵਿੱਚ ਤੁਸੀਂ ਮਤਲਬ ਡਾਕਟਰ ਜੇ ਅਗਰ ਕੋਈ ਚੰਗੇ ਨੇ ਤਾਂ ਪਹਿਲਾਂ ਹੀ ਸੀਜ਼ਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ, ਫੀਲਡਾਂ 'ਚ ਜਾ ਕੇ ਤੇ ਇੰਜੈਕਸ਼ਨ ਲਾਉਂਦੇ ਨੇ। ਤੇ ਸਰ ਇਹਨਾਂ ਨੂੰ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ? ਬਿਲਕੁਲ, ਉਹ ਤੇ ਪਹਿਲਾਂ ਦੇਈਦਾ, ਬੰਦੇ ਨੂੰ ਦੇਈਏ ਮਿਰਚ ਮਸਾਲਾ ਤੇ ਉਹ ਕੌੜਾ ਹੋ ਜਾਂਦਾ। ਤੇ ਸਰ ਉਹ ਦੱਸੋ ਨਾ, ਉਹ ਜਿਹੜਾ ਤੁਸੀਂ ਮਿਰਚ ਮਸਾਲਾ ਤਿਆਰ ਕੀਤਾ ਹੈ, ਕਿਹੜੀ ਕਿਹੜੀ ਚੀਜ਼ ਦਾ ਤਿਆਰ ਕੀਤਾ ਹੈ ਤੇ ਕਿੰਨੇ ਦਿਨ ਬਾਅਦ ਉਹਨਾਂ ਨੂੰ ਦਿੰਦੇ ਹੋ? ਉਹ ਬੇਟਾ ਭਾਵੇਂ ਡੇਲੀ ਬਾਅਦ ਦਿਓ ਤੇ ਭਾਵੇਂ ਹਫਤੇ ਬਾਅਦ ਦਿਓ ਤੇ ਭਾਵੇਂ ਮਹੀਨੇ ਬਾਅਦ ਦਿਓ। ਤੇ ਸਾਡੇ ਜਿਹਾ ਬੰਦਾ ਮੇਰਾ ਮਤਲਬ ਦੇ ਕੇ 2 ਮਹੀਨੇ ਬਾਅਦ ਦੇਵੇ। ਇਹ ਹੁਣ ਮੇਰਾ ਮਤਲਬ ਅਸੀਂ ਕੱਲ ਤੋਂ ਸ਼ੁਰੂ ਕਰ ਰਹੇ ਹਾਂ ਇਹਨਾਂ ਨੂੰ। ਮਿਰਚ ਮਸਾਲਾ ਕੀ, ਅਗਰ ਤੁਹਾਡੇ ਕੋਲ ਸੁਰਖ ਮਿਰਚ ਨਾ, ਇੱਕ ਹੁੰਦੀ ਹੈ ਬਰੀਕ ਕੁੱਟੀ ਜਿਹੜੀ ਮਤਲਬ ਤੁਸੀਂ ਸਾਲਣ 'ਚ ਪਾਉਂਦੇ ਹੋ, ਇੱਕ ਹੁੰਦੀ ਹੈ ਮੋਟੀ ਮੋਟੀ, ਉਹਨੂੰ ਦਾਦੜ ਮਿਰਚ ਆਉਂਦੇ ਨੇ ਜੀ। ਉਹ ਲਵੋ, ਵਿੱਚ ਉਹਦੇ ਨਮਕ ਪਾਓ। ਤੇ ਇਹ ਜਿੱਡੇ ਕੋਈ ਜਾਨਵਰ ਨੇ ਇਹਨਾਂ ਨੂੰ 2-2 ਚਮਚੀਆਂ ਮੇਰਾ ਮਤਲਬ ਦੂਜੇ ਤੀਜੇ ਦਿਨ ਮਤਲਬ ਦੇਖ ਲਓ, ਹਫਤਾ 15 ਦਿਨ ਦਿਓ। ਉਸ ਤੋਂ ਬਾਅਦ ਬੇਸ਼ੱਕ ਮਹੀਨਾ ਰੈਸਟ ਕਰ ਲਓ। ਅੱਛਾ ਅੰਕਲ ਜੀ, ਅਗਰ ਕੋਈ ਨਵਾਂ ਬੰਦਾ ਜਿਹੜਾ ਵੇ ਪੜ੍ਹਿਆ ਲਿਖਿਆ ਨੌਜਵਾਨ ਹੈ, ਕਾਰੋਬਾਰ ਕਰਨਾ ਚਾਹੁੰਦਾ ਹੈ, ਤਾਂ ਕਿਹੜੀ ਕਿਹੜੀ ਚੀਜ਼ਾਂ ਦਾ ਕਾਰੋਬਾਰ ਸਟਾਰਟ ਕਰਨ ਤੋਂ ਪਹਿਲਾਂ ਖਿਆਲ ਰੱਖੇ? ਇਹ ਥੋੜੀ ਦੱਸ ਦਿਓ। ਇਸ ਕਾਰੋਬਾਰ 'ਚ ਹਾਂਜੀ, ਇhtiyati ਤਦਬੀਰ ਕੋ ਦੱਸ ਦਿਓ। ਪਹਿਲਾਂ ਤੇ ਬੇਟਾ ਉਹ ਸ਼ੈੱਡ ਬਣਾਏ। ਜ਼ਬਰਦਸਤ। ਹਾਂਜੀ। ਸ਼ੈੱਡ ਬਣਾਉਣ ਤੋਂ ਬਾਅਦ ਉਹਨੂੰ ਕੰਪਲੀਟ ਕਰੇ ਪੂਰੇ ਸ਼ੈੱਡ ਨੂੰ। ਠੀਕ ਹੈ। ਉਹਦੇ ਵਿੱਚ ਪਾਣੀ ਦਾ ਬੰਦੋਬਸਤ ਕਰੇ, ਖੁੱਲੀਆਂ ਛੁੱਲੀਆਂ ਮਤਲਬ ਬਣਾਏ। ਠੀਕ ਹੈ। ਉਸ ਤੋਂ ਬਾਅਦ ਇਹਨਾਂ ਦਾ ਇਹ ਵੀ ਗੰਦਗੀ ਜਿਹੜੀ ਹੈ ਉਹ ਇਹਨਾਂ ਦੇ ਥੱਲੇ ਨਹੀਂ ਹੋਣੀ ਚਾਹੀਦੀ। ਗੋਹੇ ਸ਼ੋਏ ਦਾ ਖਾਸ ਖਿਆਲ ਰੱਖੇ। ਤੇ ਬਾਕੀ ਜਾਨਵਰ ਦਾ ਇੰਤਖਾਬ ਬੜਾ ਜ਼ਰੂਰੀ ਹੁੰਦਾ। ਉਹ ਕਿਸੇ ਨਾਲ ਲੈ ਕੇ ਜਾਏ ਜਾਂ ਕੀ ਹਿਸਾਬ ਦਾ ਹੁੰਦਾ ਜਾਨਵਰ ਦਾ ਇੰਤਖਾਬ? ਜਦੋਂ ਤੁਸੀਂ ਫੀਡ 'ਚ ਪੈਣੇ ਨਾ, ਤੁਹਾਨੂੰ ਆਪੇ ਹੀ ਜਾਂਚ ਆ ਜਾਣੀ ਹੈ।
ਜ਼ਬਰਦਸਤ। ਬਾਕੀ ਜਿਹੜਾ ਬੰਦਾ ਚੱਲਦਾ ਫਿਰਦਾ ਨਾ, ਇਹਨਾਂ ਦਾ ਲੈਣਾ ਵੇਟ ਕਸਾਈ ਤੋਂ ਇਲਾਵਾ, ਜਾਂ ਜਿਹੜਾ ਬੰਦਾ ਇਹਨਾਂ ਕੰਮਾਂ 'ਚ ਪਿਆ ਉਹਦੇ ਤੋਂ ਇਲਾਵਾ ਇਹਦਾ ਵੇਟ ਨਹੀਂ ਦੱਸ ਸਕਦਾ। ਬੰਦਾ ਕੋਈ ਸਿਆਣਾ ਲੈ ਜਾਓ, ਜੇ ਕੋਈ ਕਸਾਈ ਨਾਲ ਲੈ ਜਾਓ ਜਿਹੜਾ ਕਮਿਸ਼ਨ ਤੁਹਾਡੇ ਕੋਲ ਨਾਲ ਲਵੇ, ਜਿਹੜਾ ਸਮਝੋ ਤੁਹਾਡਾ ਆਪਣਾ ਜਾਨਵਰ ਲੈਂਦਾ ਹੋਏ, ਉਹਨੂੰ ਖੜੋਗੇ ਤਾਂ ਉਹ ਮੇਰਾ ਮਤਲਬ ਤੁਹਾਨੂੰ ਜਾਇਜ਼ ਰੇਟ ਤੋਂ ਲੈ ਕੇ ਦੇਗਾ। ਨਹੀਂ ਤੇ ਮੋਮਨ ਸਾਡੇ ਇੱਥੇ ਚੱਲਦਾ ਹੈ ਵੀ ਚੀਜ਼ 10,000 ਦੀ ਹੈ ਤੇ ਵੰਗਣ ਵਾਲਾ ਜਿਹੜਾ 15,000 ਮੰਗ ਲੈਂਦਾ। ਖੀਰ ਉਹ ਜਿਹੜਾ ਬੰਦਾ ਸਮਝਦਾ ਯਾਰ ਇਹਨੂੰ ਕਿੰਨਾ ਕੁ ਤੋੜਾਂਗਾ, ਉਹ 10,000 ਦੀ ਚੀਜ਼ ਦੇ ਕੇ 12,000 ਚ ਲੈ ਆਵੇ। ਅੱਛਾ ਸਰ, ਇਹਨਾਂ ਨੂੰ ਫਰੋਖਤ ਕਰਨ ਦਾ ਕੀ ਤਰੀਕਾ ਹੈ? ਇਹਨਾਂ ਨੂੰ ਸੇਲ ਕਿੱਥੇ ਕਰਦੇ ਹੋ ਫਿਰ? ਸੇਲ ਜੇ ਤਾਂ ਤੁਸੀਂ ਫੀਡ ਨਾ ਪਾਲਨੇ ਨਾ, ਉਹ ਤੇ ਤੁਹਾਡੇ ਇੱਥੇ ਮਰੀਜ਼ ਕੀ ਮਰਮਤ ਇਹਨਾਂ ਦਾ ਮਤਲਬ ਸਲਾਟਰ ਹਾਊਸ ਹੈ, ਉੱਥੇ ਤੁਹਾਨੂੰ ਖੜਨੇ ਪੈਣੇ ਨੇ, ਉਹਨਾਂ ਨੂੰ ਸਲਾਹ ਦੇਣੀ ਪੈਣੀ ਹੈ। ਉਹ ਸਾਨੂੰ ਨਹੀਂ ਪਤਾ ਉਹ ਇੱਥੋਂ ਆ ਕੇ ਖੜਦੇ ਨੇ ਜਾਂ ਤੁਹਾਨੂੰ ਉੱਥੇ ਖੜਨਾ ਪੈਣਾ। ਉਹਨਾਂ ਨੂੰ ਲੈਣੇ ਨੇ ਸਾਰਾ ਵੇਟ ਤੋਲਣਾ, ਵੇਟ ਦੇ ਹਿਸਾਬ ਤੇ ਉਹਨਾਂ ਲੈਣੇ ਨੇ, ਮਤਲਬ ਵੇਟ ਕਰਕੇ ਤੇ ਫਿਰ ਉਹਦਾ ਉਹਨਾਂ ਨੂੰ ਪਤਾ ਨਹੀਂ ਉਹ ਵੇਟ ਇਸ ਤਰ੍ਹਾਂ ਦਾ 50 ਰੁਪਏ ਕਿਲੋ ਲੈਂਦੇ ਨੇ, 100 ਰੁਪਏ ਕਿਲੋ ਲੈਂਦੇ, ਸਾਨੂੰ ਨਹੀਂ ਇਹਦਾ ਕੋਈ ਪਤਾ। ਤੇ ਸਰ ਤੁਸੀਂ ਕਿੱਥੇ ਸੇਲ ਕਰਦੇ ਹੋ ਉਹਨਾਂ ਨੂੰ? ਸਾਡੇ ਇੱਥੋਂ ਮੇਰਾ ਮਤਲਬ ਇੱਥੋਂ ਹੀ ਜਾਂਦੇ ਨੇ, ਆਸਾਨੀ ਨਾਲ ਸੇਲ ਹੋ ਜਾਂਦੇ ਨੇ। ਮੈਂ ਪਹਿਲਾਂ ਆਸਾਨੀ ਨਾਲ ਸੇਲ ਕੀ, ਤੁਹਾਨੂੰ ਜ਼ਰੂਰਤ ਹੈ ਤੇ ਤੁਸੀਂ ਆਪਣੀ ਲੋੜ ਨੂੰ ਖੜਨਾ। ਠੀਕ ਹੈ। ਤੇ ਸਰ ਤੁਸੀਂ ਇਹ ਕੰਮ ਤੋਂ ਮੁਤਮਿਨ ਹੋ? ਬਿਲਕੁਲ, ਅਸੀਂ ਤੇ ਮੁਤਮਿਨ ਹਾਂ। ਇਹ ਕੁਝ ਲੋਕ ਵੱਛੇ ਪਾਲਦੇ ਨੇ, ਤੁਸੀਂ ਕੱਟੇ ਪਾਲੇ ਨੇ, ਵੱਛਿਆਂ ਦਾ ਕੰਮ ਬਿਹਤਰ ਹੈ ਜਾਂ ਕਿ ਕੱਟਿਆਂ ਦਾ ਬਿਹਤਰ ਹੈ? ਤਿੰਨ ਇਹਦੇ ਚ ਕੰਮ ਆਉਂਦੇ ਨੇ, 3 ਜਾਂ 4 ਜ਼ਿਮੀਂਦਾਰੀ ਦੇ ਵਿੱਚ। ਇਹ ਜ਼ਿਮੀਂਦਾਰੀ ਚ ਆਉਂਦਾ ਹੈ ਜੀ ਇਹ ਕੰਮ। ਬੱਚੇ ਵੀ ਪਾਲਦੇ ਨੇ ਲੋਕੀ, ਲੇਲੇ ਵੀ ਪਾਲਦੇ ਨੇ, ਝੋਟੀਆਂ ਵੀ ਪਾਲਦੇ ਨੇ। ਜਿਹੜਾ ਵੀ ਤੁਸੀਂ ਬੱਚਿਆਂ ਦਾ ਕਰੋਗੇ ਉਹਨਾਂ ਦੀ ਗਰੋਥ ਛੇਤੀ ਹੋਏਗੀ। ਇਹਨਾਂ ਨਾਲ ਉਹ ਇਹਨਾਂ ਨਾਲ ਫਰਕ ਜ਼ਿਆਦਾ ਕਰਨਗੇ। ਇਹ ਜਿਹੜੇ ਨੇ ਬੱਚਿਆਂ ਦੀ ਬਨਿਸਬਤ ਘੱਟ ਮਤਲਬ ਇਹਨਾਂ ਦੀ ਗਰੋਥ ਹੁੰਦੀ ਹੈ। ਇਸ ਵਾਸਤੇ ਅਗਰ ਤੁਸੀਂ ਬੱਚਿਆਂ ਦਾ ਵੀ ਕਰਨਾ ਹੋਵੇ ਤਾਂ ਉਹ ਵੀ ਬਿਹਤਰ ਹੈ। ਨਹੀਂ, ਗੋਸ਼ਤ ਨਾ ਸੇਲ ਸਹੀ ਹੋ ਜਾਂਦਾ ਜ਼ਰਾ। ਕੱਟਿਆਂ ਦਾ ਜਿਹੜਾ ਗੋਸ਼ਤ ਹੈ ਨਾ ਸੇਲ ਜਿਹੜਾ ਉਹ ਵੀ ਹੋ ਜਾਂਦਾ, ਉਹਦੇ ਐਡੀ ਕੋਈ ਸੇਲ ਇਹ ਵੀ ਹੋ ਜਾਣਾ। ਬਾਕੀ ਉਹਨਾਂ ਦੀ ਗਰੋਥ ਹੈ, ਜੇ ਇਹਨੇ ਮੇਰਾ ਮਤਲਬ ਮਹੀਨੇ ਦੇ ਵਿੱਚ 10 ਕਿਲੋ ਦਾ ਵਜ਼ਨ ਪਾਉਣਾ, ਬੱਚੇ ਨੇ 15 ਕਿਲੋ ਦਾ ਵਜ਼ਨ ਪਾ ਜਾਣਾ। ਉਹ ਹੁਣ ਤੁਹਾਡੇ ਸਾਹਮਣੇ ਉਹ ਵੱਛੀ ਹੈ, ਉਹ ਮਤਲਬ 7 ਮਹੀਨਿਆਂ ਦੀ ਹੈ। ਉਹ ਜਿਹੜੀ ਹੈ ਇਹ ਕੱਟੀ ਹੈ, ਉਹਦੇ ਨਾਲ ਮੇਰਾ ਮਤਲਬ ਸਮਝੋ 3 ਮਹੀਨੇ ਛੋਟੀ ਹੈ। ਜਦੋਂ ਨੂੰ ਇਹਨੇ ਉਹ 7 ਮਹੀਨਿਆਂ ਤੇ ਇਹਨੇ ਜਾਣਾ, ਉਹਨੇ ਉਚਰਨ ਮੇਰਾ ਮਤਲਬ ਜਵਾਨ ਹੋ ਜਾਣਾ। ਮਾਸ਼ਾਅੱਲਾ, ਤੁਸੀਂ ਕਾਫੀ ਕੀਮਤੀ ਤੇ ਅੱਛੀਆਂ ਗੱਲਾਂ ਦੱਸੀਆਂ ਨੇ। ਜਿਹੜੇ ਭਾਈ ਆ ਵੀਡੀਓ ਵੇਖਦੇ ਨੇ ਪਏ, ਉਹਨਾਂ ਨੂੰ ਕੱਟੇ ਪਾਲਣ ਦਾ ਸ਼ੌਕ ਹੈ, ਉਹਨਾਂ ਨੂੰ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਦੇ ਦਿਓ। ਉਹਨਾਂ ਨੂੰ ਬੇਟਾ ਮਸ਼ਵਰਾ ਮੇਰੇ ਵੱਲੋਂ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਮੇਰੇ ਵੱਲ ਤੇ ਉਹ ਹੱਥੋਂ ਵਸਾ ਕੋਸ਼ਿਸ਼ ਇਹ ਕਰਨਾ ਵੀ ਕੱਟਿਆਂ ਦੇ ਮਤਲਬ ਸਫਾਈ ਦਾ ਖਾਸ ਖਿਆਲ ਰੱਖਣ। ਅਗਰ ਫੀਡ ਤੇ ਪਾਲਣਾ ਤੇ ਪਾਣੀ ਉਹਨਾਂ ਦੀ ਕਮੀ ਨਹੀਂ ਆਉਣੀ ਚਾਹੀਦੀ। ਜੇ ਅਗਰ ਉਹਨਾਂ ਗਰਮੀਆਂ 'ਚ ਸ਼ੁਰੂ ਕਰਨੇ ਨੇ ਤਾਂ ਉਹਦੇ ਵਾਸਤੇ ਉਹਨਾਂ ਨੂੰ ਪਾਣੀ ਦਾ ਤਲਾਬ ਵੀ ਬਣਾਉਣਾ ਚਾਹੀਦਾ ਜਿਹਦੇ ਵਿੱਚ ਇਹ ਨਾ ਆਉਣ। ਅਤੇ ਦੂਜਾ ਖੁਰਾਕ ਜਿਹੜੀ ਹੈ ਭਾਵੇਂ ਚਾਰਾ 'ਚ ਪਾਉਣ ਤੇ ਉਹ ਵੀ ਬੜਾ ਮਤਲਬ ਕੋਸ਼ਿਸ਼ ਕਰਕੇ ਇਹਨਾਂ ਨੂੰ ਰਜਾ ਕੇ ਰੱਖਣਾ ਚਾਹੀਦਾ, ਭੁੱਖਿਆ ਨਹੀਂ ਰੱਖਣਾ ਚਾਹੀਦਾ। ਅਗਰ ਉਹਨਾਂ ਕੋਲ ਜਗ੍ਹਾ ਕੋਈ ਖੁੱਲ੍ਹੀ ਹੈ ਤਾਂ ਕੋਈ ਥੋੜ੍ਹਾ ਜਿਹਾ ਟਾਈਮ ਕੱਢ ਕੇ ਤੇ ਇਹਨਾਂ ਨੂੰ ਭੁਆਂ ਚੋਂ ਵੀ ਲੈਣ ਕਰਨਗੇ। ਜਿੰਨਾ ਇਹ ਪਾਉਣਗੇ ਜ਼ਿਆਦਾ, ਉਹਨਾਂ ਮੇਰਾ ਮਤਲਬ ਜਲਦੀ ਗਰੋਥ ਹੋਏਗੀ, ਗਰੋਥ ਇਹਨਾਂ ਦੀ ਵਧੇਗੀ। ਜੀ ਸਰ, ਬਹੁਤ ਸ਼ੁਕਰੀਆ। ਅੱਲਾ ਹਾਫਿਜ਼।